हाँ जी, तो ਅਸੀਂ ਕਰ ਰਹੇ ਸੀਗੇ ਰੂਲ, ਮੈਂ ਤੁਹਾਨੂੰ ਕਰਾਉਣ ਦਿਆ ਸੀਗਾ ਬਟ ਮੇਰੀ ਕਹਿੰਦੇ ਲਾਸਟ ਲੈਕਚਰ 'ਚ ਆਵਾਜ਼ ਨਹੀਂ ਆਈ ਤੇ ਮੈਂ ਲੈਕਚਰ ਦੁਬਾਰਾ ਰਿਕਾਰਡ ਕਰਾਂਗਾ। ਤੇ ਰੂਲਸ ਕੀ ਹੈਗੇ ਨੇ, ਦੇਖੋ ਜਿਹੜੇ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀ ਸੀ, ਠੀਕ ਹੈ, ठीक, इलेक्ट्रॉन पर यही 1s 2s 2p, ठीक है जी, ठीक है। मैं ਤੁਹਾਨੂੰ ਦੱਸਦਾ ਵਾਂ, ਆਹ ਜਿਹੜੇ ਡੱਬੇ ਹੁੰਦੇ ਆ, ਆਹ ਡੱਬੇ, ਇਹਨਾਂ ਨੂੰ ਕਹਿੰਦੇ ਆ ਆਰਬਿਟਲ। ਕੀ ਕਹਿੰਦੇ ਨੇ? ਆਰਬਿਟਲ, ਠੀਕ ਹੈ ਜੀ। ਯਾਨੀ ਕਿ ਕੋਈ ਵੀ ਐਸ ਹੋਏ, ਕੋਈ ਵੀ ਐਸ ਆਰਬਿਟਲ ਐਸ ਹੋਵੇ, ਉਹਦੇ ਵਿੱਚ ਇੱਕੋ ਆਰਬਿਟਲ ਹੁੰਦਾ, ਇੱਕ ਆਰਬਿਟਲ ਹੁੰਦਾ। ਇਹਨੂੰ ਅੰਗਰੇਜ਼ੀ 'ਚ ਆਪਾਂ ਕਿੱਦਾਂ ਲਿਖਾਂਗੇ? ਐਸ ਸਬ ਸ਼ੈਲ has only one orbital, ठीक है। पी ਦੇ ਥੱਲੇ ਕਿੰਨੇ ਡੱਬੇ ਬਣੇ ਆ? 3 ਡੱਬੇ ਬਣੇ ਆ। ਕੋਈ ਵੀ ਪੀ ਹੋਵੇ, ਉਹਦੇ ਵਿੱਚ 3 ਆਰਬਿਟਲ ਹੁੰਦੇ ਆ, ਠੀਕ ਹੈ ਜੀ। ਹੁਣ ਇਹਨੂੰ ਜੇ ਅੰਗਰੇਜ਼ੀ ਲਿਖਣਾ ਹੋਵੇ, ਪੀ ਸਬ ਸ਼ੈਲ हैज़ 3 ऑर्बिटल्स, जिन्हें डब्बे बनाए उन्ने ऑर्बिटल, ठीक है जी। इस तो बाद देखो तुसी आ बनाया सीगा, की कहते हैं, डी बनाया सीगा, 3D लिखा सी, ਉਹਦੇ ਥੱਲੇ ਕਿੰਨੇ ਡੱਬੇ ਬਣਾਏ ਸੀ ਤੁਸੀਂ? 5। ਕੋਈ ਵੀ ਡੀ ਹੋਵੇ, ਕੋਈ ਵੀ ਡੀ ਹੋਵੇ, ਉਹਦੇ ਵਿੱਚ 5 ਆਰਬਿਟਲ, यानी कि डी सबशेल has 5 ऑर्बिटल्स, ठीक है जी। देखो यानी कि 1s ਦੇ ਵਿੱਚ ਕਿੰਨੇ ਆਰਬਿਟਲ, ਕਿੰਨੇ ਡੱਬੇ ਬਣਾਉਣੇ? ਇੱਕ ਆਰਬਿਟਲ ਹੈ। ਕੋਈ ਵੀ 2s ਹੋਇਆ, s ਹੋਇਆ, ਇੱਕ ਆਰਬਿਟਲ। 4s ਦੇ ਥੱਲੇ ਕਿੰਨੇ ਆਰਬਿਟਲ? ਇੱਕ ਆਰਬਿਟਲ। p ਹੋਇਆ, 2p ਹੋਇਆ, ਕਿੰਨੇ ਆਰਬਿਟਲ ਹੋਣਗੇ? 3 ਖਾਨੇ ਬਣਾਓਗੇ ਥੱਲੇ। ਕੋਈ ਵੀ ਡੀ ਹੋਇਆ, 3D ਹੋਇਆ ਮੰਨ ਲਓ, ਠੀਕ ਹੈ ਨਾ, ਉਹਦੇ ਥੱਲੇ ਕਿੰਨੇ ਡੱਬੇ ਬਣਾਏ? 5 ਡੱਬੇ, ਠੀਕ ਹੈ। ਇਸ ਤਰ੍ਹਾਂ 4D ਹੋਇਆ, ਉਹਦੇ ਥੱਲੇ ਵੀ ਕਿੰਨੇ ਡੱਬੇ ਬਣਾਓਗੇ? 5 ਡੱਬੇ ਬਣਾਓਗੇ। 1 2 3 4 5, ਸਮਝ ਲੱਗ ਗਈ? ਹੁਣ ਤਾਂ ਜਿਹੜੇ ਡੱਬੇ ਇਕੱਠੇ ਜੋੜ ਕੇ ਬਣਾਏ ਨੇ, ਜਿੱਦਾਂ ਇਹ ਬਣਾਇਆ ਸੀਗਾ, ਜਿੱਦਾਂ ਇਹ ਬਣਾਇਆ ਸੀ, ਇਕੱਠਾ ਜੋੜੇ ਡੱਬੇ, ਠੀਕ ਹੈ ਜੀ। ਤੇ ਆਹ ਡੱਬੇ ਜਿੱਦਾਂ ਜੋੜੇ ਇਕੱਠੇ ਹੀ, ਜਿੱਦਾਂ ਡੱਬੇ ਜੋੜੇ ਇਕੱਠੇ, ਠੀਕ ਹੈ। 1 2 all 2p orbitals same energy। ਆ ਜਿਹੜੇ ਸਾਰੇ 3 ਡੱਬੇ ਬਣਾਏ, ਇਹਨਾਂ ਦੀ એનર્ਜੀ ਕੀ ਹੈਗੀ ਆ? ਬਰਾਬਰ ਹੈਗੀ ਹੈ। ਇੱਦਾਂ ਹੀ ਸਾਰੇ 5 ਜਿਹੜੇ ਡੱਬੇ ਇਕੱਠੇ ਬਣਾਏ, ਉਹਨਾਂ ਦੀ એનર્ਜੀ ਕੀ ਹੈ? ਬਰਾਬਰ ਹੈਗੀ ਹੈ। ਤੇ ਇਸ ਤਰ੍ਹਾਂ ਹੀ all 3D orbitals have same energy, ठीक है जी। ਹੁਣ
एक चीज़ होंगी डीजनरेट ऑर्बिटल्स, डीजनरेट ऑर्बिटल्स, इनू कहते हैं ऑर्बिटल्स ऑफ सेम सबशेल हैविंग सेम एनर्जी। ठीक है जी, ऑर्बिटल्स ऑफ सेम सबशेल हैविंग सेम, मतलब एवो जी ऑर्बिट दा 3D ਦੇ ਪੰਜੋ ऑर्बिटल ਸਾਰੇ ਕਿੱਥੇ ਗਏ 3D ਦੇ ਪੰਜੇ ऑर्बिटल ਦੀ એનર્ਜੀ ਕੀ ਹੋਏਗੀ ਸੇਮ, 4D ਦੇ ਪੰਜੇ ऑर्बिटल ਦੀ ਆਪਸ એનર્ਜੀ ਕੀ ਹੋਏਗੀ ਸੇਮ, ਇਹਦੀ એનર્ਜੀ ਇਹਦੇ ਦੇ ਬਰਾਬਰ ਨਹੀਂ ਹੋਏਗੀ। ਠੀਕ ਹੈ ਜੀ, 4D ਦੇ ਆਪਸ 'ਚ ਸਾਰਿਆਂ ਦੀ એનર્ਜੀ ਸੇਮ ਹੈ, ਪਰ 4D ਤੇ 3D ਦੀ એનર્ਜੀ ਸੇਮ ਨਹੀਂ ਹੈ। ਕਿੰਨਾਂ ਨੂੰ ਡੀਜਨਰੇਟ ऑर्बिटल ਕਵਾਂਗੇ, ਇਹੋ ਜਿਹੇ ऑर्बिटल ਇਹੋ ਜਿਹੇ ਖਾਨਿਆਂ ਨੂੰ ਆਪਾਂ ਡੀਜਨਰੇਟ ਕਵਾਂਗੇ ਜਿਹੜੇ ਇੱਕੋ ਸਬ ਸ਼ੈਲ ਤੇ ਹੋਣ। ਜੇ ਡੀ ਲਿਆ ਹੈ, ਕਿਹੜਾ ਡੀ ਲੈਣਾ, ਸਿਰਫ 3D ਦਾ ਲੈਣਾ ਹੈ। ਜੇ ਡੀ ਲਿਆ ਤੇ ਕਿਹਦਾ ਲੈਣਾ, 4D। ਜੇ 4D ਤੇ ਪੰਜਾਂ ਨਹੀਂ ਵੇਖਾਂਗੇ ਸਾਰੇ એનર્ਜੀ ਕਿਉਂਕਿ ਸੇਮ, ਉਹਨਾਂ ਨੂੰ ਕਹਿੰਦੇ ਆ ਡੀਜਨਰੇਟ ऑर्बिटल। ਜੇ 3D ਲਵਾਂਗੇ ਤੇ 3D ਦੇ ਪੰਜਾਂ ਦੀ ਆਪਸ 'ਚ એનર્ਜੀ ਕੀ ਹੋਏਗੀ ਸੇਮ। ਇਸ ਤਰ੍ਹਾਂ ਹੀ 2P ਦੇ ਤਿੰਨਾਂ ਦੀ એનર્ਜੀ ਆਪਸ 'ਚ ਕੀ ਹੋਏਗੀ ਸੇਮ, ਇਹਨਾਂ ਨੂੰ ਕਹਿੰਦੇ ਆ ਡੀਜਨਰੇਟ ऑर्बिटल्स। ਸਮਝ ਲੱਗ ਗਈ, ਇਹ ਕੁਐਸਚਨ ਆ ਸਕਦਾ ਡੀਜਨਰੇਟ ऑर्बिटल ਕੀ ਹੁੰਦਾ। ਠੀਕ ਹੈ ਜੀ, ਇਸ ਤੋਂ ਬਾਅਦ ਹੁਣ ਅਗਲਾ ਹੈਗਾ ਸੀ ਰੂਲਸ ਟੂ ਰਾਈਟ ਇਲੈਕਟ੍ਰੋਨਿਕ ਕਨਫੀਗਰੇਸ਼ਨ। ਕਹਿੰਦਾ ਰੂਲਸ ਦੱਸੋ ਜਿਹੜੇ ਕਿ ਇਲੈਕਟ੍ਰੋਨਿਕ ਕਨਫੀਗਰੇਸ਼ਨ ਵਰਤਣ ਵਾਸਤੇ ਲਿਖੇ ਜਾਂਦੇ। ਪਹਿਲਾ ਰੂਲ, ਜਿਹੜਾ ਤੁਸੀਂ ਇਲੈਕਟ੍ਰੋਨ ਭਰੇ ਸੀ ਡੱਬਿਆਂ 'ਚ, ਡੱਬੇ ਭਰੇਗੀ ਪਹਿਲੇ 'ਚ ਸਾਰੇ ਭਰੇ ਜਾਣਗੇ, ਫਿਰ ਅੱਗੇ 1s 'ਚ ਬਾਅਦ ਫਿਰ 2s ਦੀ ਵਾਰੀ ਆਏਗੀ, ਇਸ ਤਰ੍ਹਾਂ ਲਿਖ ਕੇ ਜਾਵਾਂਗੇ। ਫਿਰ ਅੱਗੇ 2p 'ਚ ਪਹਿਲਾਂ ਤੁਸੀਂ ਕੀ ਕਰਦੇ ਸੀ ਕਿ ਤਿੰਨਾਂ 'ਚ ਇੱਕ ਰੱਖਦੇ ਸੀ। ਠੀਕ ਹੈ, ਫਿਰ ਬਾਅਦ 'ਚ ਡਬਲ ਜੋੜਾ ਬਣਾਉਂਦੇ ਸੀ। ਇਹ ਜੋ ਕਰਦੇ ਸੀ ਇਹ ਸਾਰਾ ਕੁਝ ਕਰਦੇ ਸੀ ਕੁਛ ਰੂਲਸ ਦੇ ਅਕੋਰਡਿੰਗ। ਉਹ ਰੂਲ ਕਿਹੜੇ ਕਾਨੂੰਨ ਜਿਹੜੇ ਹੈਗੇ ਨੇ ਉਹ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾ ਰੂਲ ਹੈਗਾ ਜੇ ਆਫ ਬਾਓ ਰੂਲ, ਆਫ ਬਾਓ ਰੂਲ। ਇਹਨੂੰ N+L ਰੂਲ ਵੀ ਕਹਿੰਦੇ ਆ, N+L ਰੂਲ। ਠੀਕ ਹੈ ਜੀ, ਕਹਿੰਦਾ ਜੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਪਰਿਭਾਸ਼ਾ ਸੀ ਉਹੀ ਇਸ ਰੂਲ ਦੀ ਪਰਿਭਾਸ਼ਾ ਹੈਗੀ। ਕੀ ਕਹਿੰਦਾ, ਇਲੈਕਟ੍ਰॉन्स ਆਰ ਫਿਲਡ ਇਨ ਵੇਰੀਅਸ ऑर्बिटल्स in order of increasing energy। ਆਹੀ ਲਿਖੀ ਸੀ ਨਾ, ਫਿਲਿੰਗ ਆਫ ਇਲੈਕਟ੍ਰॉन्स in order of increasing energy in orbitals। ਉਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਪਰਿਭਾਸ਼ਾ ਸੀ। ਤੇ ਇਹ ਕਿਹਦੀ ਪਰਿਭਾਸ਼ਾ ਹੈਗੀ ਹੈ, ਇਲੈਕਟ੍ਰੋਨ ਨੂੰ ਭਰਨਾ ਹੈ ਵੇਰੀਅਸ ऑर्बिटल ਦੇ ਵਿੱਚ। ਸਭ ਤੋਂ ਪਹਿਲਾਂ ऑर्बिटल ਕਿੱਚ ਇਲੈਕਟ੍ਰੋਨ ਭਰਨਾ ਹੈ ਜਿਹਦੀ એનર્ਜੀ ਸਭ ਤੋਂ ਘੱਟ ਹੈ, ਸਭ ਤੋਂ ਪਹਿਲਾਂ ਉਹ ਭਰਿਆ ਜਾਏਗਾ। ਫਿਰ ਦੂਜੇ ਨੰਬਰ 'ਤੇ ਜਿਹੜੀ ਥੋੜ੍ਹੀ ਜ਼ਿਆਦਾ ਹੈ, ਇਸ ਤਰ੍ਹਾਂ એનર્ਜੀ ਵੱਧ ਰਹੀ, ਇੱਧਰੋਂ ਇੱਧਰ ਜਾਂਦੇ ਹੋਏ એનર્ਜੀ ਕੀ ਹੁੰਦੀ ਪਈ ਹੈ, ਵੱਧਦੀ ਪਈ ਹੈ। ਠੀਕ ਹੈ ਜੀ, N+L ਰੂਲ ਕਹਿੰਦੇ ਆ। ਤੇ એનર્ਜੀ ਆਫ ऑर्बिटल कैलकुलेटेड, जे एनर्जी कढ़नी है ऑर्बिटल की तो किहड़ा फॉर्मूला लाना है, N+L। समझ लगी जी, ये तुहाडा हो गया ऑफ बाउ रूल। ठीक है, इस तो बाद आता है दूजे नंबर पे पॉली एक्सक्लूजन प्रिंसिपल। पॉली एक्सक्लूजन प्रिंसिपल की कहता है, दो परिभाषा आ गई। पहली परिभाषा की गई है ऑर्बिटल, एक ऑर्बिटल च कितने डंडे मारते सी, 2। ये रूल के अकॉर्डिंग है, पॉली के अकॉर्डिंग। ठीक है जी, कहता ऑर्बिटल कैन हैव मैक्सिमम 2 इलैक्ट्रॉन्स। एक डब्बे च कितने डंडे मार सकते, 2। तो यही हैगी है, तो एक सीधा मारा दूजा मारना पुट्ठा, एंड 2 इलैक्ट्रॉन्स
must have opposite spin। मतलब एक जो सीधी सीधी डायरेक्शन जानता, दूजा पुट्ठी डायरेक्शन जाना, ऑपोजिट जानता होएगा, स्पिन। समझ लग गई? ਇਹ ਦੀ ਪਹਿਲੀ ਪਰਿਭਾਸ਼ਾ ਆ ਗਈ ਹੈ। ਠੀਕ ਹੈ ਜੀ, ਦੂਜੀ ਪਰਿਭਾਸ਼ਾ ਲਿਖ ਲੈਂਦੇ ਆ। ਇਹ ਨੋਟ ਕਰ ਲਓ, ਉਸ ਤੋਂ ਬਾਅਦ ਦੂਜੀ ਲਿਖਣੀ ਜੇ, ਦੋਨੋਂ ਹੀ ਲਿਖਣੀਆਂ ਹੈਗੀਆਂ। ਦੂਜੀ ਪਰਿਭਾਸ਼ਾ ਕਹਿੰਦੀ ਹੈ why it is named exclusion। एक्सक्लूजन क्यों लिखा जाता है इत्थे, क्यों लिखा जाता है? कहना जी एक्सक्लूड करना, इंकलूड करना होंदा विच पाना, एक्सक्लूड करना मतलब बाहर रखना। ठीक है जी, एक्सक्लूजन का मतलब होता बाहर रखना। ठीक है जी, कहना इसे दूजी परिभाषा दस दी है कि ਇਹਦਾ नाम एक्सक्लूजन क्यों होगा। पॉली तो साइंटिस्ट से एक्सक्लूजन क्यों होगा? कहना no two electrons can have same value of all four quantum numbers। कि कोई भी दो इलेक्ट्रॉन इदा दे नहीं होंगे जिन्होंने चारे क्वांटम नंबर की वैल्यू की होएगी सेम। ठीक है जी, नो टू इलेक्ट्रॉन्स कैन हैव सेम वैल्यू फॉर ऑल क्वांटम ऑफ ऑल फोर क्वांटम नंबर्स। समझ लग गई? तीन क्वांटम नंबर सेम हो सकते हैं, तीन क्वांटम नंबर सेम हो सकते हैं इलेक्ट्रॉन दे, हो सकते हैं, बट चौथा कभी भी सेम नहीं होएगा। ठीक है जी, कोई चार क्वांटम नंबर किसी भी इलेक्ट्रॉन लिए चार क्वांटम नंबर होंगे है। ठीक है जी, तो चार क्वांटम नंबर कोई भी दो इलेक्ट्रॉन इदा दे नहीं होंगे जिन्होंने सारे चारों क्वांटम नंबर के होंगे सेम होंगे। यह दूजा रूल है। ठीक है जी, ये पहली परिभाषा दस दी एक डब्बे में कितने इलेक्ट्रॉन मारने हैं? दो। जे एक सीधा मारना तो एक ही मारना पुट्ठा। ठीक है, यह वेखो कि पहला रूल आया, पहले ने कहा कि आप इलेक्ट्रॉन भरने हैं इंक्रीजिंग एनर्जी च। दूजा कहता है एक डब्बे च दो इलेक्ट्रॉन रखने हैं, बस दो लाइना मारनिया ने, एक सीधी एक पुट्ठी। यह है हुण तीजा रूल। हुण तीजा रूल, हुण देखो, हुण देखो तुसीं एक चीज़ नोट की सी, जो मैं तुहानूं 2p च पढ़ांदा सीगा, जिन्ना ऑर्बिटल की एनर्जी सेम होंदी सी, तुसीं पहलां एक एच पांदे सी, एक इहदे च पांदे सी, फिर एक एच पांदे सी, ते जे आ तुसीं इदां करदे सीगे, फिर बाद तुसीं जोड़ा बनाना शुरू करदे सीगे, उस तो बाद जोड़ा बनाते सीगे। ठीक है जी, ते नाले एक चीज़ तुसीं यह भी करदे सीगे कि मान लो जिद्दां इकल्ला इकल्ला लिखना है, जे तुसीं इहनूं इदां मारिया सीगा ते इहदे विच भी तुसीं इहनूं इस तरह ही मारना है। जे तुसीं इदां करो ना, गलती यह कर दोगे कि इदां लिख दिओ कि मान लो इस तरह मारिया तो इनू इस तरह पुट्ठा मार दो, तो यह गलत है जी, इनू इस तरह ही मारना है। समझ लगी है? जिंदर जोड़े नहीं बनते उनते नहीं कुछ कर सकते। ठीक है, समझ लगी है? जे तुसी मान लो इनू पहले जे पुट्ठा मारता, दूजे जे भी तुहानूं कल्ले नूं पुट्ठा ही जिन्नी देर कल्ला है उन्होंने पुट्ठा ही मारना पेगा। समझ लगी? इदां डी विच भी यह भी रूल है, किहड़े रूल है, किहड़े रूल करके है, यह है तीजा रूल, Hund's rule of maximum multiplicity। Hund's rule of maximum multiplicity।
ਉਹ ਕੀ ਕਹਿੰਦਾ ਹੈ, ਹਾਂਜੀ ਇਹ ਰੂਲ ਕੀ ਕਹਿੰਦਾ ਹੈ, ਕਹਿੰਦਾ ਹੈ ਕਿ pairing will not take place, ਉਦੋਂ ਤੱਕ ਪੇਅਰਿੰਗ ਨਹੀਂ ਹੋਏਗੀ ਕਾਹਦੇ 'ਚ, in orbitals of same energy, ऑर्बिटल ਜਿਹੜੇ ਡੱਬੇ ਆਪਾਂ ਇਕੱਠੇ ਬਣਾਏ ਸੀਗੇ ਉਨੀ ਦੇਰ ਤੱਕ ਜੋੜਾ ਨਹੀਂ ਬਣੇਗਾ until each orbital of same energy has one electron and of same spin। ਠੀਕ ਹੈ ਜੀ, ਕਹਿੰਦਾ ਤੁਸੀਂ ਜਿਹੜੇ ਆਰਬਿਟ ਜਿਹੜੇ ਡੱਬੇ ਇਕੱਠੇ ਬਣਾਏ ਸੀ ਉਹਨਾਂ 'ਚ ਜੋੜਾ ਤਦ ਤੱਕ ਨਹੀਂ ਬਣਾਉਣਾ ਹੈ, ਉਹਨਾਂ 'ਚ ਜੋੜਾ ਤਦ ਤੱਕ ਨਹੀਂ ਬਣਾਉਣਾ ਹੈ ਜਦੋਂ ਤੱਕ ਸਾਰਿਆਂ 'ਚ ਇੱਕ ਇੱਕ ਇਲੈਕਟ੍ਰੋਨ ਨਹੀਂ ਆ ਜਾਂਦਾ, ਜਦੋਂ ਤੱਕ ਸਾਰਿਆਂ 'ਚ ਇੱਕ ਇੱਕ ਇਲੈਕਟ੍ਰੋਨ ਨਹੀਂ ਆ ਜਾਂਦਾ। ਜੇ ਤੁਸੀਂ ਸਾਰਿਆਂ 'ਚ ਇੱਕ ਇੱਕ ਰੱਖਣਾ ਹੈ ਤਾਂ ਇੱਕ ਚੀਜ਼ ਕਰਨੀ ਹੈ ਕਿ ਜਿਹੜਾ ਸਪਿਨ ਰੱਖਣੀ ਹੈ, ਜੇ ਪਹਿਲੇ ਵਾਲਾ ਇੱਕ ਸਿੱਧਾ ਜਾਣ ਰਿਹਾ ਤੇ ਦੂਜੇ ਡੱਬੇ 'ਚ ਵੀ ਸਿੱਧਾ ਹੀ ਬਣਾਉਣਾ, ਤੀਜੇ ਡੱਬੇ 'ਚ ਵੀ ਸਿੱਧਾ, ਜਿੰਨੇ ਤੱਕ ਜੋੜੀ ਨਹੀਂ ਉਹਦੇ ਤੱਕ ਜੋੜੀ ਨਹੀਂ ਬਣਨੀ, ਜਿੰਨ ਤੱਕ ਆਹ ਜਿਹੜੇ ਡੱਬੇ ਜਿਹੜੇ ਹੈਗੇ ਆ ਜਿਹੜੇ ਇਕੱਠੇ ਡੱਬੇ ਬਣਾਏ ਸੀ ਉਹਨਾਂ 'ਚ ਇੱਕ ਇੱਕ ਇਲੈਕਟ੍ਰੋਨ ਨਹੀਂ ਆ ਜਾਂਦਾ। ਅਤੇ ਤੁਸੀਂ ਜਦੋਂ ਡੱਬੇ ਵਿੱਚ ਇਲੈਕਟ੍ਰੋਨ ਲਿਖਣਾ ਹੈ ਅਤੇ ਲਿਖਣਾ ਹੈ ਕਿ ਜੇ ਇੱਕ ਉੱਪਰ ਨੂੰ ਜਾਣ ਦਿਆ ਤਾਂ ਅਗਲੇ ਡੱਬੇ 'ਚ ਵੀ ਉੱਪਰ ਨੂੰ ਜਾਣ ਦੇਵੇ, ਤੀਜੇ ਡੱਬੇ 'ਚ ਵੀ ਉੱਪਰ ਨੂੰ ਜਾਣ ਦੇਵੇ। ਇਹ ਇੱਦਾਂ ਨਹੀਂ ਕਰਨਾ ਕਿ ਜੋ ਇੱਕ ਉੱਪਰ ਨੂੰ ਜਾਣ ਦਿਆ ਦੂਜੇ ਡੱਬੇ 'ਚੋਂ ਥੱਲੇ ਨੂੰ ਜਾਣ ਦੇਵੇ। ਇਹ ਰੂਲ ਕਿਹੜਾ ਹੈਗਾ, ਹੁਣਸ ਰੂਲ ਆਫ ਮੈਕਸੀਮਮ ਮਲਟੀਪਲੀਸਿਟੀ। ਠੀਕ ਹੈ ਜੀ, ਦੇਖੋ ਇਹਦਾ ਨਾਮ ਮੈਕਸੀਮਮ ਮਲਟੀਪਲੀਸਿਟੀ ਕਿਉਂ ਪਿਆ, ਪਹਿਲਾਂ ਤਾਂ ਨਹੀਂ ਕਰ ਦੋਗੇ ਤਾਂ ਬਹੁਤ ਹੋਏਗਾ ਜੀ। ਠੀਕ ਹੈ ਜੀ, ਕਹਿੰਦੇ ਜੀ ਹੁਣ ਦੇਖੋ ਇਹਦਾ ਨਾਮ ਮੈਕਸੀਮਮ ਮਲਟੀਪਲੀਸਿਟੀ ਕਿਉਂ ਪਿਆ, ਇਹ ਵੀ ਆਪਾਂ ਦੇਖ ਲੈਂਦੇ ਹਾਂ ਕਿਉਂ ਇਹਨੂੰ ਮੈਕਸੀਮਮ ਮਲਟੀਪਲੀਸਿਟੀ ਕਹਿੰਦੇ ਆ। ਜੇ ਮੰਨ ਲਓ ਇਹਨੂੰ ਮੈਂ ਵੈਲਿਊ ਦੇ ਦਾਂ +½ ਅਤੇ ਉਲਟੇ ਦੀ ਵੈਲਿਊ ਹੋਏਗੀ -½ ਠੀਕ ਹੈ ਜੀ, ਇਹ +½ ਇਹਦੀ ਵੈਲਿਊ ਵੀ ਕੀ ਹੋ ਜਾਏਗੀ +½ ਇਹਦੀ ਵੈਲਿਊ ਵੀ ਕੀ ਹੋ ਜਾਏਗੀ +½ ਸਾਰਿਆਂ ਨੂੰ ਐਡ ਕਰੋ, ਸਾਰੇ ਇੱਕੋ ਡਾਇਰੈਕਸ਼ਨ ਜਾਣਦੇ ਆ। 3 ਹੈਗੇ 1 2 3 3 ਗੁਣਾ 1/2 ਕਿੰਨਾ ਹੋ ਗਿਆ 3/2 ਹੋ ਗਈ ਵੈਲਿਊ, ਟੋਟਲ ਵੈਲਿਊ ਹੋ ਗਈ 3/2। ਠੀਕ ਹੈ ਜੀ, ਅਤੇ ਜੇ ਮੈਨੂੰ ਕਹਾਂ ਇਹ ਜੇ ਇਹ +½ ਹੋਇਆ ਜੇ ਮੈਂ ਇਹਨੂੰ ਵੈਲਿਊ +½ ਦਿੱਤੀ ਹੈ ਅਤੇ ਜੇ ਉਲਟਾ ਜਾਣਦਾ ਤਾਂ ਇਹਦੀ ਵੈਲਿਊ ਕੀ ਹੋਏਗੀ -½ +½ ਅਤੇ -½ ਆਪਸ 'ਚ ਕੀ ਹੋਣੀ ਕੈਂਸਰ, ਵੈਲਿਊ ਹੋ ਜਾਏਗੀ 0। ਠੀਕ ਹੈ ਜੀ, ਤੁਸੀਂ ਇਹਨੂੰ ਇਸ ਕਰਕੇ ਇਸ ਤਰ੍ਹਾਂ ਲਿਖ ਦਿਓ ਤਾਂ ਕਿ ਵੈਲਿਊ ਕੀ ਆਵੇ ਮੈਕਸੀਮਮ ਆਵੇ। ਤਾਂ ਹੀ ਵੱਖੋ ਵੱਖਰਾ ਜੇ ਵੱਖੋ ਵੱਖਰੇ ਡੱਬੇ 'ਚ ਲਿਖਦੇ ਹੋ ਇਕੱਲਾ ਇਕੱਲਾ ਅਤੇ ਉਹਨੂੰ ਇੱਕੋ ਡਾਇਰੈਕਸ਼ਨ 'ਚ ਇਸ ਕਰਕੇ ਲਿਖ ਦਿਓ ਤਾਂ ਕਿ ਜੇ ਆਪਾਂ ਨੇ ਸਪਿਨ ਵੈਲਿਊ ਵੇਖੀਏ ਤਾਂ ਉਹ ਕੀ ਆਵੇ ਮੈਕਸੀਮਮ ਆਵੇ। ਤਾਂ ਹੀ ਇਹਦੇ ਨਾਂ 'ਚ ਮੈਕਸੀਮਮ ਮਲਟੀਪਲੀਸਿਟੀ ਲਿਖਿਆ ਹੁੰਦਾ ਹੈ। ਠੀਕ ਹੈ ਜੀ, ਹੁਣ ਇਹ ਲਿਖ ਲੈਂਦੇ ਹਾਂ when we write electrons, अगला पॉइंट ਇਹਦੇ ਵਿੱਚ ਲਿਖਣਾ ਹੈ in such manner in such way ਕਰ ਲਓ, ਮੈਨਰ ਦੇ ਸਪੈਲਿੰਗ ਚਾਹੇ ਤੁਹਾਨੂੰ ਨਾ ਆਉਂਦੇ ਹੋਣ, ਕਿਸੇ ਨਹੀਂ ਆਉਂਦੇ ਹੋਏ ਤੇ such way we get, ਸਾਨੂੰ ਕੀ ਮਿਲਦਾ maximum value of spin, that ਇਸ ਕਰਕੇ that is why, ਇਸ ਕਰਕੇ that is why ਦਾ ਮਤਲਬ ਹੁੰਦਾ ਇਸ ਕਰਕੇ। ਠੀਕ ਹੈ, that is why rule has been named, ਇਸ ਕਰਕੇ ਰੂਲ ਦਾ ਨਾਮ ਕੀ ਹੈਗਾ ਮੈਕਸੀਮਮ ਮਲਟੀਪਲੀਸਿਟੀ। ਠੀਕ ਹੈ ਜੀ,
ਤੇ ਇਹ ਤਿੰਨ ਰੂਲ ਹੈਗੇ ਤੁਹਾਡੇ, ਹੁਨਸ ਰੂਲ, ਆਫ ਬਾਓ ਰੂਲ ਤੇ ਪੋਲੀ ਐਕਸਕਲੂਜਨ ਪ੍ਰਿੰਸੀਪਲ। ਇਹ ਤਿੰਨ ਰੂਲ ਤੁਸੀਂ ਆਪਣੀ ਕਾਪੀ ਤੇ ਲਿਖ ਲਓ, ਇਹ ਤੁਹਾਨੂੰ ਕੁਐਸਚਨ ਆ ਜਾਏਗਾ। ਠੀਕ ਹੈ ਜੀ, ਤੇ ਅੱਜ ਦਾ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ। ਇਹ ਲੈਕਚਰ ਮੈਂ ਦੁਬਾਰਾ ਰਿਕਾਰਡ ਕੀਤਾ ਹੈ ਕਿਉਂਕਿ ਪਿਛਲੇ ਵਾਲੇ ਲੈਕਚਰ 'ਚ ਆਵਾਜ਼ ਨਹੀਂ ਸੀਗੀ, ਸੌਰੀ ਮੇਰੇ ਵੱਲੋਂ। ਠੀਕ ਹੈ ਜੀ, ਚਲੋ ਜੀ।